जो तुम बूझत हो हम सो पश्चात कथा होए से जग माही। जो तुम बूझत हो हम सो, महाराज कहंदे मर्दाना जी जो तुसी साडे तो पुछदे हो, जिवें भी गलबात करदे हो, वो सारियां गल्लां अपने विच चलो हुंदियां रहिंदियां ने। पश्चात कथा होए से जग माही। महाराज पता की कहन लगे, कहंदे मर्दाना जी ਜਿਹੜੀਆਂ ਆਪਣੇ ਵਿੱਚ ਆ ਗੱਲਾਂ ਹੁੰਦੀਆਂ ਨੇ ਨਾ, ਕਦੇ ਤੁਸੀਂ ਮਾਫੀ ਮੰਗ ਲੈਂਦੇ ਹੋ, ਕਦੇ ਮੇਰੇ ਤੋਂ ਆਗਿਆ ਮੰਗ ਲੈਂਦੇ ਹੋ, ਕਦੇ ਆਗਿਆ ਦੀ ਥੋੜੀ ਜੀ ਉਲੰਘਣਾ ਕਰਕੇ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਜਾ ਆਉਂਦੇ ਹੋ, ਫਿਰ ਤੁਹਾਨੂੰ ਉਹਦਾ ਜਿਸ ਤਰੀਕੇ ਦੇ ਨਾਲ ਪਛਤਾਵਾ ਹੁੰਦਾ, ਇਤਿਹਾਸ ਦੇਖੋ ਜੋ ਤੁਸੀਂ ਪਿੱਛੇ ਸੁਣਿਆ। महाराज खुश होके कहते मर्दाना जी तुसी माफी मंग रहे हो भी मेरिया सारियां गलतियां खेमा करदे हो, वो तो माफ हो जाणगियां। सतगुरु कहते पहचात कथा होए से जग माही। अपने तो बाद जो शरीरक रूप दे विच आपां इस संसार च नहीं होवांगे, अपने तो बाद महाराज कहते मर्दाना जी ये गल कथावां होया करनगियां, साडियां तुहाडियां अपनियां कथावां होया करनगियां, इतिहास पढ़े सुने जाया करनगे, जिहड़ियां अपने विच गल्लां हुंदियां ने इन्हां नूं संगत सुनिया करेगी। देखो बिल्कुल ऐसे ही हो रहा ना, ਜਿਹੜੀਆਂ ਕਦੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦੇ ਵਿੱਚ ਗੱਲਾਂ ਹੁੰਦੀਆਂ ਸੀ, ਬਚਨ ਵਿਲਾਸ ਹੁੰਦੇ ਸੀ, ਔਰ ਉਹੀ ਵਿਚਾਰਾਂ ਆਪਾਂ ਸਾਂਝੀਆਂ ਕਰ ਰਹੇ ਹਾਂ। ਆਪਾਂ ਨੂੰ ਕਿੰਨਾ ਆਨੰਦ ਆ ਰਿਹਾ, ਕਿੰਨਾ ਇੰਟਰਸਟ ਦੇ ਨਾਲ ਆਪ ਜੀ ਸੁਣਦੇ ਹੋ। ਔਰ ਇਸ ਕਰਕੇ ਨਿੱਕੀ ਨਿੱਕੀ ਗੱਲ ਵੀ ਹੁਣ ਮਰਦਾਨਾ ਜੀ ਕੀ ਕਹਿਣਗੇ, ਹੁਣ ਮਰਦਾਨਾ ਜੀ ਨੇ ਗਲਤੀ ਕਰ ਲਈ ਤੇ ਮਹਾਰਾਜ ਕੀ ਕਹਿਣਗੇ, ਹੁਣ ਮਹਾਰਾਜ ਦੀ ਖੁਸ਼ੀ ਕਿਵੇਂ ਲਾਏਗਾ। ਸੋ ਸਤਿਗੁਰੂ ਕਹਿਣ ਲੱਗੇ ਪਛਾਤ ਕਥਾ ਹੋਏ ਸੇ ਜਗ ਮਾਹੀ। ਅਗਲੀ ਗੱਲ ਹੋ ਰੱਖੀ ਹੈ, ਜੇ ਪੜ ਹੈ ਸੁਣ ਹੈ ਤਿਨ ਕੋ ਮਾਨੈ ਸੇ ਸ਼ੁਭ ਮਾਰਗ ਪਾਹੀ। ਕੁਦਰਤੀ ਸਵਾਲ ਹੋ ਸਕਦਾ ਹੈ ਭਾਈ ਮਰਦਾਨੇ ਦੇ ਮਨ ਚ ਆਇਆ ਹੋਣਾ, ਮਹਾਰਾਜ ਜਦੋਂ ਆਪਾਂ ਨਹੀਂ ਹੋਵਾਂਗੇ, ਚਲੋ ਤੁਸੀਂ ਤਾਂ ਸਦੀਵੀ ਕਾਲ ਹੈਗੇ ਹੋ, ਜਦੋਂ ਮੈਂ ਨਹੀਂ ਹੋਵਾਂਗਾ ਸਤਿਗੁਰੂ ਫਿਰ ਸਾਡੀਆਂ ਇਹ ਕਥਾ ਕਹਾਣੀਆਂ ਜਾਂ ਆਪਣੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਨੂੰ ਸੰਗਤ ਪੜ੍ਹਿਆ ਸੁਣਿਆ ਕਰੇਗੀ, ਫਿਰ ਸਾਨੂੰ ਇਹਦਾ ਕੀ ਫਾਇਦਾ ਹੋਏਗਾ ਤੇ ਪੜ੍ਹਨ ਸੁਣਨ ਵਾਲਿਆਂ ਨੂੰ ਕੀ ਫਾਇਦਾ ਹੋਏਗਾ। ਬੜੇ ਗੌਰ ਨਾਲ ਸੁਣੇ, ਅਸੀਂ ਹੋਣਾ ਨਹੀਂ, ਸਾਨੂੰ ਇਹਦਾ ਕੀ ਫਾਇਦਾ ਹੋਊਗਾ। ਸੁਣਨ ਵਾਲੇ ਜਿਹੜੇ ਹੋਣਗੇ ਉਹ ਬਹੁਤ ਅੱਗੇ, ਉਹਨਾਂ ਨੂੰ ਨਾ ਅਸੀਂ ਮਿਲਣਾ ਨਾ ਦੇਖਣਾ ਨਾ ਪਤਾ, ਸਾਡੀਆਂ ਗੱਲਾਂ ਦਾ ਉਹਨਾਂ ਨੂੰ ਕੀ ਫਾਇਦਾ ਹੋਏਗਾ। ਤੁਹਾਡੇ ਮਨ ਚ ਆ ਸਕਦਾ ਇਸ ਤਰ੍ਹਾਂ ਦਾ ਸਵਾਲ? ਜੇ ਸਵਾਲ ਆਂਦਾ ਤੇ ਆਨਸਰ ਵੀ ਤੁਹਾਡੇ ਅੰਦਰ ਢੂੰਡਣਾ ਪੈਣਾ ਤੁਹਾਨੂੰ। ਦੇਖੋ ਜਿਹੜਾ ਆਪਾਂ ਇਤਿਹਾਸ ਪੜ੍ਹਦੇ ਆ ਇਹ ਪਿਛਲੇ ਬੀਤੇ ਹੋਏ ਸਮੇਂ ਦੀਆਂ ਕਹਾਣੀਆਂ, ਸਟੋਰੀਆਂ, ਸਾਖੀਆਂ, ਘਟਨਾਵਾਂ ਨੇ। ਇਹ ਜਿਹੜੇ ਪ੍ਰਸੰਗ ਨੇ ਪਿਛਲੇ ਸਮੇਂ ਦੇ ਵਿੱਚ, ਹਿਸਟਰੀ ਕੀ ਹੈ, ਇਤਿਹਾਸ ਕੀ ਹੈ। ਇਤਿਹਾਸ ਦਾ ਸਟੂਡੈਂਟ ਜਿਹੜਾ ਉਹ ਪਿੱਛੇ ਚਲਾ ਜਾਂਦਾ, ਕਦੇ 100 ਸਾਲ ਪਿੱਛੇ, ਕਦੇ 200 ਸਾਲ, ਕਦੇ 500 ਸਾਲ ਪਿੱਛੇ। ਆਪਾਂ ਅੰਗਰੇਜ਼ਾਂ ਦਾ ਇਤਿਹਾਸ ਪੜ੍ਹਦੇ ਹਾਂ, ਉਸ ਤੋਂ ਪਹਿਲਾਂ ਮੁਗਲਾਂ ਦਾ, ਫਿਰ ਉਸ ਤੋਂ ਪਹਿਲਾਂ ਕੌਣ ਕੌਣ ਕਿਵੇਂ ਆਇਆ। ਇਹ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਜਾਂਦਾ। ਉਹ ਪੜ੍ਹਨ ਦਾ ਕੀ ਫਾਇਦਾ ਜੇ ਆਪਾਂ ਕਹੀਏ ਵੀ ਐਵੇਂ ਬੀਤੀਆਂ ਹੋਈਆਂ ਗੱਲਾਂ ਦਾ ਕੀ ਫਾਇਦਾ। ਹਿਸਟਰੀ ਜਿਹੜੀ ਹੈ ਕਿੰਨਾ ਔਖਾ ਸਬਜੈਕਟ ਹੈ। ਹਿਸਟਰੀ ਜਿਹੜੀ ਹੈ ਯਾਦ ਕਰਨਾ ਬਹੁਤ ਔਖਾ। ਡੇਟਾਂ, ਤਾਰੀਖਾਂ, ਨਾਮ, ਥਾਮ, ਆਹ ਬਹੁਤ ਰੱਟੇ ਲਾਉਣੇ ਪੈਂਦੇ ਨੇ ਕਈ ਵਾਰੀ ਸਾਨੂੰ ਵੀ। ਜਦੋਂ ਤੁਹਾਡੇ ਨਾਲ ਡੇਟਾਂ, ਗੁਰੂ ਨਾਨਕ ਸਾਹਿਬ ਦਾ ਜਨਮ ਕਦੋਂ ਹੋਇਆ, ਜੋਤੀ ਜੋਤ ਕਦੋਂ ਸਮਾਏ, ਕਿੰਨੇ ਪੁੱਤਰ ਸੀ, ਉਹਨਾਂ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਕਿੱਥੇ ਕੀ ਖੇਡ ਵਾਪਰੀ, ਕਿਹੜਾ ਪੰਡਤ ਸੀ, ਕਿਹੜਾ ਬ੍ਰਾਹਮਣ ਸੀ, ਕਿਹੜਾ ਜੋਗੀ ਸੀ, ਕਿਹੜਾ ਉਹ ਜਿਹੜਾ ਸੀ ਮੁੱਲਾ ਸੀ, ਕਿੰਨਾ ਕੁਝ ਯਾਦ ਰੱਖਣਾ ਪੈਂਦਾ। ਹੁਣ ਹਿਸਟਰੀ ਜਿਹੜੀ ਹੈ ਪੜ੍ਹਨੀ ਸੌਖੀ ਹੈ, ਪਰ ਇਹਨੂੰ ਜਿਹੜਾ ਸੀ ਇਹਦੇ ਨਾਮ, ਥਾਮ ਇਤਿਆਦਿਕ ਯਾਦ ਰੱਖਣੇ ਬਹੁਤ ਔਖੇ ਨੇ। ਹੁਣ ਜੇ ਬੰਦਾ ਆਖੇ ਵੀ ਆਪਾਂ ਯਾਰ ਅੰਗਰੇਜ਼ ਹੋ ਗਏ, ਚਲੇ ਗਏ, ਆਪਾਂ ਹੁਣ ਲੈਣਾ ਕੀ ਹੈ, ਮੁਗਲਾਂ ਦੀ ਆਪਾਂ ਡੇਟਾਂ ਤਰੀਕਾਂ ਯਾਦ ਕਰਕੇ ਕੀ ਲੈਣਾ, ਉਹ ਬਹੁਤ ਪਿੱਛੇ ਚਲੇ ਜਾਂਦੇ ਆ। ਹਿਸਟਰੀ ਜਿਹੜੀ ਹੈ ਭਾਵੇਂ ਪਿਛਲੇ ਬੀਤੇ ਹੋਏ ਸਮੇਂ ਦੀਆਂ ਇਹ ਘਟਨਾਵਾਂ ਨੇ, ਪਰ ਇਹਦੇ ਤੋਂ ਬਹੁਤ ਕੁਝ ਸਿੱਖਿਆ ਜਾਂਦਾ ਹੈਗਾ। ਤਾਂ ਹੀ ਵਿਦਵਾਨ ਕਹਿੰਦੇ ਨੇ ਵੀ ਜੋ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ, ਨਵਾਂ ਇਤਿਹਾਸ ਸਿਰਜਣ ਦੇ ਸਮਰੱਥ ਨਹੀਂ ਰਹਿੰਦੀਆਂ। ਹੁਣ ਅਸੀਂ ਕਿੱਥੇ ਆ, ਅੱਜ ਅਸੀਂ ਕਿੱਥੇ ਆ, ਸਾਡੀ ਅੱਜ ਵਰਗੀ ਜਿਹੜੀ ਹਾਲਤ ਹੈ, ਜਿਹੜੀ ਤਰਸਯੋਗ ਸਾਡੀ ਅੱਜ ਹਾਲਤ ਹੈ, ਕਿਵੇਂ ਕਰਨਾ। ਚਲੋ ਬਹੁਤੇ ਬੰਦੇ ਕਹਿੰਦੇ ਨੇ ਪੋਜ਼ਿਟਿਵ ਰਹਿਣਾ ਚਾਹੀਦਾ, ਹੁਣ ਵੀ ਚੜ੍ਹਦੀਆਂ ਕਲਾਂ 'ਚ, ਉਹ ਇੱਕ ਵੱਖਰਾ ਪ੍ਰਸੰਗ ਹੈ। ਚੜ੍ਹਦੀਆਂ ਕਲਾਂ 'ਚ ਆਪਣੀ ਆਪਣੀ ਸੋਚ ਹੈ, ਤੁਸੀਂ ਆਪਣੇ ਆਪ ਨੂੰ ਸਮਝੋ ਵੀ ਸਾਡੇ ਵਰਗਾ ਹੋਰ ਕੋਈ ਨਹੀਂ, ਪਰ ਪਿਛਲੇ ਸਮੇਂ ਦੇ ਵਿੱਚ ਸੱਚਮੁੱਚ ਤੁਹਾਡੇ ਵਰਗਾ ਕੋਈ ਨਹੀਂ ਸੀ। ਤੁਹਾਡਾ ਰਾਜ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੌਣ ਕੌਣ ਆ ਕੇ ਨੌਕਰੀਆਂ ਕਰਦੇ ਸਨ, ਅੰਗਰੇਜ਼ ਕੀ, ਮੁਸਲਮਾਨ ਕੀ, ਹਿੰਦੂ ਕੀ। ਉਹ ਵੀ ਸਮਾਂ ਸੀਗਾ ਇੱਕ
ਪਿਛਲੇ ਜਦੋਂ ਆਪਾਂ ਉਹ ਦੇਖਾਂਗੇ ਸਾਡਾ ਇਤਿਹਾਸ, ਬੰਦਾ ਸਿੰਘ ਬਹਾਦਰ ਦਾ ਵੇਲਾ, ਉਸ ਤੋਂ ਪਹਿਲਾਂ ਮਿਸਲਾਂ ਦਾ ਸਮਾਂ, ਫਿਰ ਸਾਰਾ ਕੁਝ ਜਦੋਂ ਆਪਾਂ ਵੇਖਦੇ ਹਾਂ, ਮਹਾਰਾਜ ਰਣਜੀਤ ਸਿੰਘ ਦਾ ਰਾਜ ਕਿਵੇਂ ਬਣਦਾ, ਉਹਦੇ ਤੋਂ ਹੀ ਫਿਰ ਸਾਨੂੰ ਕਿਤੇ ਨਾ ਕਿਤੇ ਰਾਜ ਕਰਨ ਦੀ ਅੰਦਰ ਚਿਣਗ ਪੈਦਾ ਹੋਵੇਗੀ ਵੀ ਸਾਡੇ ਪੁਰਖਿਆਂ ਨੇ ਰਾਜ ਕੀਤਾ ਹੈ, ਅਸੀਂ ਰਾਜ ਕਰ। ਜੇ ਹੁਣ ਆਪਾਂ ਪੜ੍ਹਨਾ ਹੀ ਨਹੀਂ, ਆਪਾਂ ਨੇ ਜਿਵੇਂ ਹੀ ਹਿਸਟਰੀ ਦੇਖਣੀ ਹੋ ਨਹੀਂ, ਫਿਰ ਕੁਝ ਨਹੀਂ ਕਰ ਸਕਦੇ। ਜਿਹੜੀਆਂ ਸਾਡੇ ਬਜ਼ੁਰਗਾਂ ਤੋਂ ਗਲਤੀਆਂ ਹੋ ਗਈਆਂ, ਸਾਡੇ ਵੱਡੇ ਵਡੇਰਿਆਂ ਨੇ ਟਪਲੇ ਖਾ ਲਏ, ਭਾਵੇਂ ਅੰਗਰੇਜ਼ਾਂ ਦੀ ਸਾਜ਼ਿਸ਼ ਵਿੱਚ ਆ ਗਏ, ਭਾਵੇਂ ਉਹਨਾਂ ਨੂੰ ਕਿਸੇ ਹੋਰ ਨੇ ਧੋਖੇ ਦਿੱਤੇ ਨੇ ਨਾ ਸਾਨੂੰ। 1947 ਸਾਡੇ ਨਾਲ ਕਿੰਨਾ ਧੋਖਾ ਹੋਇਆ। ਸ਼ਹੀਦੀਆਂ 97% ਪੰਜਾਬ ਸਿੱਖਾਂ ਦੀਆਂ, 95-97%। ਤੇ ਤੁਹਾਨੂੰ ਕੀ ਮਿਲਿਆ? ਕੁਝ ਵੀ ਨਹੀਂ। ਹਿੰਦੂ ਆਪਣਾ ਹਿੰਦੁਸਤਾਨ ਲੈ ਗਏ, ਮੁਸਲਮਾਨ ਪਾਕਿਸਤਾਨ ਲੈ ਗਏ, ਤੇ ਆਪਾਂ ਨੂੰ ਧੱਕੇ ਵੱਜੀ ਜਾ ਰਹੇ ਨੇ। ਜੇ ਖਾਲਿਸਤਾਨ ਦੀ ਮੰਗ ਕਰਦੇ ਆ ਤੇ ਅੱਤਵਾਦੀ ਖਾੜਕੂ ਪਤਾ ਨਹੀਂ ਕਿਹੜੇ ਕਿਹੜੇ ਕੇਸ ਪਾ ਕੇ ਚਲੋ ਜੀ ਕਰੋ ਅੰਦਰ। ਸਾਡੇ ਨਾਲ ਵਾਅਦੇ ਕੀ ਕੀਤੇ ਸੀ? ਤੁਹਾਨੂੰ ਇੱਕ ਆਜ਼ਾਦ ਖਿੱਤਾ ਦਿੱਤਾ ਜਾਏਗਾ, ਤੁਸੀਂ ਉੱਥੇ ਆਪਣੀ ਆਜ਼ਾਦੀ ਨਾਲ ਰਹਿ ਸਕੋਗੇ। ਮੈਂ ਤਾਂ ਇੱਥੋਂ ਤੱਕ ਪੜ੍ਹ ਰਿਹਾ ਸੀ, ਇਹ ਵੀ ਵਾਅਦਾ ਕੀਤਾ ਗਿਆ ਸੀ ਵੀ ਪ੍ਰਾਈਮ ਮਿਨਿਸਟਰ ਜਿਹੜਾ ਵੀ ਹੋਵੇਗਾ ਭਾਰਤ ਦਾ, ਉਹਦੇ ਬਰਾਬਰ ਸਿੱਖਾਂ ਦਾ ਮਤਲਬ ਜਿਹੜਾ ਮੁਖੀਆ ਹੋਵੇਗਾ, ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ, ਮਤਲਬ ਉਹਨਾਂ ਨੂੰ ਬਰਾਬਰ ਉਹਨਾਂ ਦੀ ਰਾਏ ਲਈ ਜਾਏਗੀ। ਸਿਰਫ ਇਸ਼ਾਰੇ ਮਾਤਰ ਮੈਂ ਬੇਨਤੀ ਕਰ ਰਿਹਾ। ਹਿਸਟਰੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ। ਜੋ ਗਲਤੀਆਂ ਕੀਤੀਆਂ ਉਹ ਮੁੜ ਕੇ ਨਾ ਹੋਣ। ਜਿਹੜਾ ਕੁਝ ਸਾਡੇ ਪੁਰਖਿਆਂ ਨੇ ਇਤਿਹਾਸ ਰਚਿਆ, ਅਸੀਂ ਉਸ ਤਰ੍ਹਾਂ ਇਕਮੁੱਠ ਹੋ ਕੇ, ਇਕੱਠੇ ਹੋ ਕੇ ਲੜਾਈ ਲੜੀਏ, ਫਿਰ ਕਿਤੇ ਨਾ ਕਿਤੇ ਅਸੀਂ ਇਤਿਹਾਸ ਸਿਰਜੀਏ। ਮੈਂ ਤਾਂ ਬੇਨਤੀ ਕਰ ਰਿਹਾ, ਥੋੜਾ ਜਿਹਾ ਪਾਸੇ ਨਾ ਜਾਵਾਂ। ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਦੀ ਗੱਲਬਾਤ ਹੋ ਰਹੀ ਹੈ। ਹੁਣ ਸਵਾਲ ਹੋਏਗਾ, ਮਹਾਰਾਜ ਆਪਾਂ ਤਾਂ ਹੋਣਾ ਨਹੀਂ ਕੋਈ, ਫਿਰ ਆਪਣੀਆਂ ਕਥਾ ਕਹਾਣੀਆਂ ਕਰਨ ਦਾ ਕਿਸੇ ਨੂੰ ਕੀ ਫਾਇਦਾ ਹੋਏਗਾ, ਸਾਨੂੰ ਕੀ ਫਾਇਦਾ ਹੋਏਗਾ? ਜਿਹੜਾ ਹੁਣ ਸਮਾਂ ਚੱਲ ਰਿਹਾ, ਆਉਣ ਵਾਲੇ 50 ਸਾਲਾਂ ਨੂੰ, 100 ਸਾਲਾਂ ਨੂੰ ਆਪਣੇ 'ਚ ਕਿਸੇ ਨੇ ਨਹੀਂ ਹੋਣਾ। ਕੋਈ ਇੱਕ ਅੱਧਾ ਕੋਈ ਭਾਗਾਂ ਵਾਲਾ ਹੋਊਗਾ, ਪਰ ਜਿਹੜਾ ਕੁਝ ਤੁਸੀਂ ਅੱਜ ਕਰ ਰਹੇ ਹੋ ਨਾ, ਤੁਹਾਡੀ ਜਨਰੇਸ਼ਨ ਉਹਨੂੰ ਯਾਦ ਰੱਖੇਗੀ। ਤੁਹਾਡੀਆਂ ਪੁਸ਼ਤਾਂ ਵੇਖਣਗੀਆਂ ਵੀ ਸਾਡੀ ਬੇੜੀ ਦੇ ਵਿੱਚ ਬੱਟੇ ਕਿੰਨਾਂ ਨੇ ਪਾਏ ਨੇ ਤੇ ਕਿੰਨਾਂ ਕਰਕੇ ਅਸੀਂ ਡੁੱਬੇ ਆ ਜਾਂ ਪਾਰ ਹੋਏ ਆ। ਗੁਰੂ ਸਾਹਿਬ ਜੀ ਨੇ ਬੜੇ ਕਮਾਲ ਦੀ ਗੱਲ ਆਖੀ ਹੈ, ਕਹਿੰਦੇ ਮਰਦਾਨਿਆ, ਆਹ ਜਿਹੜੀਆਂ ਆਪਣੀਆਂ ਗੱਲਾਂ ਹੋ ਰਹੀਆਂ ਨੇ ਨਾ, ਕਥਾ ਵਿਚਾਰਾਂ, ਘਟਨਾਵਾਂ ਵਾਪਰ ਰਹੀਆਂ ਨੇ, ਜਦੋਂ ਸਿੱਖ ਇਸ ਇਤਿਹਾਸ ਨੂੰ ਪੜ੍ਹਿਆ ਕਰਨਗੇ, ਸੁਣਿਆ ਕਰਨਗੇ, ਇਹਦੀਆਂ ਕਥਾਵਾਂ ਹੋਣਗੀਆਂ। ਜੇ ਪੜ੍ਹ ਹੈ ਸੁਣ ਹੈ ਤਿੰਨ ਕੋ ਮਨ ਹੈ, ਪੜ੍ਹਨਗੇ, ਸੁਣਨਗੇ, ਵਿਚਾਰਨਗੇ ਤੇ ਮੰਨਣਗੇ, ਸੇ ਸੁਭ ਮਾਰਗ ਪਾਹੀ, ਉਹ ਸਹੀ ਮਾਰਗ ਤੇ ਚੱਲਣਗੇ। ਹੁਣ ਜਦੋਂ ਆਪਾਂ ਵੇਖਦੇ ਹਾਂ ਵੀ ਗੁਰੂ ਦੇ ਬਚਨਾਂ ਦੀ ਉਲੰਘਣਾ ਭਾਈ ਮਰਦਾਨੇ ਨੇ ਕੀਤੀ ਸੀ, ਮਹਾਰਾਜ ਤੋਂ ਅੱਖ ਬਚਾ ਕੇ ਇੰਨੀ ਕੇ ਗੱਲ ਤੁਸੀਂ ਸੁਣ ਲਈ ਵੀ ਉਹ ਕੱਕੜੀਆਂ ਲੜ ਬੰਦ ਲਈਆਂ ਸੀ, ਜ਼ਿਆਦਾ ਕੱਕੜੀਆਂ, ਤੇ ਉਹਨੇ ਲੁੱਕ ਕੇ ਖਾਣ ਲੱਗਿਆ ਤੇ ਢਿੱਡ 'ਚ ਸੂਲ ਹੋਇਆ, ਲਿਟਣ ਲੱਗ ਗਿਆ। ਨਾ ਮੰਨਾ, ਆਪਾਂ ਗੁਰੂ ਤੋਂ ਲੁੱਕ ਕੇ ਕੁਝ ਨਾ ਕਰੀਏ। ਜਦੋਂ ਗੁਰੂ ਸਾਹਿਬ ਜੀ ਤੋਂ ਬਚਨਾਂ ਤੋਂ ਬਾਗੀ ਹੋ ਕੇ ਚਲਾ ਗਿਆ, ਉਹ ਕਰੇ ਫੜ ਲਿਆ ਉਹਨੂੰ, ਤੇ ਕੌਡੇ ਰਾਖਸ਼ ਨੇ ਤੇਲ ਦੇ ਕੜਾਹੇ 'ਚ ਫਿਰ ਜਿਹੜਾ ਸੀ ਉਹਨੂੰ ਭੁੰਨ ਕੇ ਖਾਣ ਲੱਗਿਆ, ਤੇ ਮਹਾਰਾਜ ਨੇ ਕਿਵੇਂ ਜਾ ਕੇ ਬਚਾਇਆ। ਆਪਾਂ ਵੀ ਗੁਰੂ ਨੂੰ ਔਖੇ ਵੇਲੇ ਯਾਦ ਕਰੀਏ। ਇਤਿਹਾਸ ਬਹੁਤ ਸਾਰਾ ਕੁਝ ਕਹਿੰਦੇ ਮਰਦਾਨੇ ਆ। ਇਸ ਇਤਿਹਾਸ ਨੂੰ ਪੜ੍ਹਨ ਵਾਲੇ, ਸੁਣਨ ਵਾਲੇ ਸਹੀ ਮਾਰਗ ਤੇ ਜਾਣਗੇ। ਇੱਥੇ ਨਾ ਸ਼ਾਇਦ ਇਹ ਗੱਲ ਆਪਣੇ ਕੋਲੋਂ ਕਹਿਣੀ ਥੋੜੀ ਜਿਹੀ ਹੋਰ ਇਹਦੇ ਅਰਥ ਕਰ ਲੈਂਦੇ ਨੇ ਕਈ ਸੱਜਣ, ਪਰ ਇਹ ਈਗੋ 'ਚ ਨਹੀਂ ਕਹਿ ਰਿਹਾ ਮੈਂ, ਹੰਕਾਰ 'ਚ ਨਹੀਂ ਕਹਿ ਰਿਹਾ। ਇਸ ਤਰ੍ਹਾਂ ਦੀਆਂ ਸੰਗਤਾਂ ਮਿਲਦੀਆਂ ਨੇ ਇੱਥੋਂ ਵੀ ਤੇ ਬਾਹਰੋਂ ਵੀ ਫੋਨ ਵੀ, ਜਦੋਂ ਦੀ ਇਹ ਕਥਾ ਸੁਣਨ ਲੱਗੇ ਆ ਤੇ ਆਨੰਦ ਹੀ ਕੁਝ ਹੋਰ ਹੋ ਗਿਆ। ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਐਂ ਗੁਰੂ ਸਾਹਿਬ ਦਾ ਇਤਿਹਾਸ ਹੈ, ਸਿੱਖਾਂ ਦਾ ਇਤਿਹਾਸ ਏਡਾ ਅਮੀਰ ਹੈ, ਅਸੀਂ ਏਡੇ ਅਮੀਰ ਵਿਰਸੇ ਦੇ ਮਾਲਕ ਹਾਂ। ਹੁਣ ਅਸੀਂ ਜਿਵੇਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਜਾਏ, ਕਥਾ ਸੁਣਦੇ ਆ, ਸਾਡੇ 'ਚ ਬਹੁਤ ਤਬਦੀਲੀ ਆ ਗਈ। ਇੱਕ ਸੱਜਣ ਮੈਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਮੁੜੇ ਆਏ ਅਸੀਂ ਤਾਂ, ਬਹੁਤ ਦੂਰੋਂ ਮੁੜੇ ਆਏ। ਮੈਂ ਕਿਹਾ ਪਤਾ ਨਹੀਂ ਕਿੱਥੇ ਗਿਆ ਸੀ। ਮੈਂ ਕੀ ਹੋ ਗਿਆ? ਕਹਿੰਦਾ ਨਾਨੇ ਜੀ ਗਲਤ ਟਰੈਕ ਤੇ ਚੜ ਗਏ ਸੀ, ਗਲਤ ਰਸਤੇ ਤੇ, ਦੇ ਧਾਰੀਆਂ ਦੇ ਚੱਕਰਾਂ 'ਚ, ਪਖੰਡੀਆਂ ਦੇ ਚੱਕਰਾਂ 'ਚ। ਇਹ ਤਾਂ ਤੁਹਾਡੀ ਆ ਮਹਾਰਾਜ ਦੀ ਕਥਾ ਸੁਣਨ ਦੇ ਨਾਲ ਅਸੀਂ ਆਪਣੇ ਧੁਰੇ ਨਾਲ ਜੁੜੇ ਆ। ਉਦੋਂ ਮਨ ਨੂੰ ਖੁਸ਼ੀ ਮਿਲਦੀ ਹੈ ਵੀ ਚਲੋ ਆਊਟਪੁੱਟ ਤੇ ਹੈ ਕੁਝ। ਬਾਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ, ਕਿੰਨਿਆਂ ਦੇ ਮਨ 'ਚ ਅੰਮ੍ਰਿਤ ਛਕਣ ਦਾ ਚਾਅ ਪੈਦਾ ਹੋਇਆ, ਕਿੰਨੇ ਇਸ ਪਾਸੇ ਤੁਰੇ ਨੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਥਾ ਚੱਲਦੀ ਸੀ, ਮੈਨੂੰ ਇੱਕ ਸੱਜਣ ਕਹਿਣ ਲੱਗਿਆ ਜੀ ਇਸ ਤਾਂ ਸੁਣਿਆ ਹੀ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਪਰ ਐਂ ਕਰਿਓ ਹੁਣ ਵੱਡੀ ਨਾ 7-8 ਫੁੱਟ ਦੀ ਫੋਟੋ ਮੈਨੂੰ ਤਿਆਰ ਕਰਵਾ ਕੇ ਦਿਓ, ਮੈਂ ਘਰ ਦੇ ਵਿੱਚ ਲਾਉਣੀ। ਮਤਲਬ ਕਿਤੇ ਨਾ ਕਿਤੇ ਅੰਦਰ ਚਾਅ ਤਾਂ ਪੈਦਾ ਹੋਇਆ ਨਾ ਵੀ ਸਾਨੂੰ ਪਤਾ ਲੱਗੇ ਬੰਦਾ ਸਿੰਘ ਬਹਾਦਰ ਨੇ ਆਹ ਮਾਰ ਕੇ ਮਾਰੇ ਨੇ, ਬੰਦਾ ਸਿੰਘ ਬਹਾਦਰ ਨੇ ਆਹ ਇਤਿਹਾਸ ਸਿਰਜਿਆ, ਐਡਾ ਤਕੜਾ ਜ਼ੁਲਮੀ ਰਾਜ
ਉਹ ਮਾਰਿਆ ਪੱਟ ਕੇ ਤੇ ਨਿਸ਼ਾਨ ਖਾਲਸਾ ਹੀ ਲਹਿਰਾਤੇ। ਜੇ ਇਤਿਹਾਸ ਪੜਾਂਗੇ ਸੁਣਾਂਗੇ ਤਾਂ ਹੀ ਪਤਾ ਲੱਗੇਗਾ, ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਬੰਦਾ ਸਿੰਘ ਕੌਣ ਹੈ। ਆ ਹਾਲੇ ਵੀ ਤਾਂ ਹੀ ਬੰਦੇ ਸਿੰਘ ਨੂੰ, ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਬਣਾਈ ਜਾਂਦੇ ਨੇ। ਇਸ਼ੂ ਖੜਾ ਹੋਇਆ ਨਾ ਦਿੱਲੀ ਦੇ ਵਿੱਚ, ਉਹਨਾਂ ਨੇ ਇੱਕ ਚੌਂਕ ਬਣਾਇਆ, ਉੱਥੇ ਪਤਾ ਨਹੀਂ ਪਾਰਕ ਬਣਾਇਆ, ਬੰਦਾ ਸਿੰਘ ਬਹਾਦਰ ਦੀ ਜਿਹੜੀ ਹੈ ਉੱਥੇ ਬੁੱਤ ਲਾਇਆ, ਲਿਖਤਾ ਬੰਦਾ ਵੈਰਾਗੀ। ਉੱਥੇ ਇਸ਼ੂ ਬਣਿਆ ਪਿਆ, ਜਿਹੜੇ ਸਿੱਖ ਸਕਾਲਰ ਨੇ ਉਹ ਕਹਿੰਦੇ ਬੰਦਾ ਵੈਰਾਗੀ ਸੀ, ਪਰ ਉਹ ਬਾਅਦ ਚ ਬੰਦਾ ਸਿੰਘ ਬਹਾਦਰ ਬਣ ਗਿਆ ਸੀ। ਹੁਣ ਵੈਰਾਗੀ ਕਿਵੇਂ ਕਹੋਗੇ? ਉਹਨੇ ਅੰਮ੍ਰਿਤ ਛਕਿਆ ਗੁਰੂ ਤੋਂ, ਉਹਨੇ 5 ਕਾਰੀ ਬਾਣਾ ਪਾਇਆ, ਉਹ ਮਹਾਰਾਜ ਦੇ ਹੁਕਮਾਂ ਤੇ ਚੱਲਿਆ, ਉਹਨੇ ਸ਼ਹਾਦਤ ਦਿੱਤੀ ਹੈ, ਉਹਨੇ ਆਪਣੇ ਪੁੱਤ ਦਾ ਕਾਲਜ ਆਪਣੀਆਂ ਅੱਖਾਂ ਦੇ ਸਾਹਮਣੇ ਕਢਵਾਇਆ, ਤੇ ਤੁਸੀਂ ਹਾਲੇ ਵੈਰਾਗੀ ਕਹੀ ਜਾਓਗੇ ਉਹਨੂੰ? ਕਦੇ ਸੀ ਵੈਰਾਗੀ, ਪਰ ਉਹ ਬੰਦਾ ਸਿੰਘ ਬਹਾਦਰ ਸੀ ਅਖੀਰ ਵਿੱਚ। ਜੇ ਤੁਸੀਂ ਪੜੋਗੇ ਤੇ ਫਿਰ ਤੁਸੀਂ ਇਸ ਚੀਜ਼ ਤੇ ਅਵੇਅਰ ਹੋਵੋਗੇ। ਨਹੀਂ ਸਾਨੂੰ ਕੋਈ ਕੁਝ ਮਰਜ਼ੀ ਪੜ੍ਹਾਈ ਚੱਲੇ, ਕੋਈ ਮਰਜ਼ੀ ਸੁਣਾਈ ਚੱਲੇ। ਇਸ ਕਰਕੇ ਮੈਂ ਥੋੜਾ ਜਿਹਾ ਜ਼ੋਰ ਤਾਂ ਦੇ ਰਿਹਾ, ਤੁਸੀਂ ਬਹੁਤ ਕੀਮਤੀ ਸਮਾਂ ਕੱਢ ਕੇ ਆਉਂਦੇ ਹੋ ਰੁਝੇਵਿਆਂ ਭਰੀ ਜ਼ਿੰਦਗੀ ਚੋਂ, ਕੁਝ ਪੱਲੇ ਪੈ ਜਾਏ। ਆਹ ਪੰਕਤੀ ਸੁਣਿਓ ਫਿਰ ਇੱਕ ਵਾਰ। ਮਹਾਰਾਜ ਕਹਿੰਦੇ ਮਰਦਾਨਿਆਂ, ਜੇ ਪੜ੍ਹ ਹੈ ਸੁਣ ਹੈ ਤਿਨ ਕੋ ਮਨ। ਜਿਹੜੇ ਪੜਨਗੇ, ਸੁਣਨਗੇ, ਵਿਚਾਰਨਗੇ, ਮੰਨਣਗੇ, ਉਹ ਸ਼ੁਭ ਮਾਰਗ ਪਾਹੀ, ਸਹੀ ਰਸਤੇ ਤੇ ਤੁਰ ਪੈਣਗੇ। ਸੱਚਮੁੱਚ ਇਹ ਕਥਾ ਕਹਾਣੀਆਂ ਸਹੀ ਰਸਤੇ ਤੇ ਤੋਰਦੀਆਂ ਨੇ। ਭੂਲੇ ਮਾਰਗ ਜਿਨ੍ਹਾਂ ਹੈ ਬਤਾਇਆ, ਐਸਾ ਗੁਰਬੜ ਭਾਗੀ ਪਾਇਆ। ਜਦੋਂ ਆਪਾਂ ਵੱਡੇ ਗੁਰੂ ਦੀਆਂ ਕਥਾ ਕਹਾਣੀਆਂ ਸੁਣਦੇ ਆ, ਚਲੋ ਸੁਣਿਓ ਮਹਾਰਾਜ ਤੇ ਭਾਈ ਮਰਦਾਨਾ ਜੀ ਦੇ ਵਿੱਚ ਜਿਵੇਂ ਗੱਲਬਾਤ ਹੋਈ ਹੈ। ਹਉ ਹਰ ਖਾਵਤ ਹਉ ਤੁਮ ਬੂਝਤ ਔਰ ਵਿਚਾਰ ਕਰੋ ਕੁਛ ਨਹੀਂ। ਹਉ ਹਰ ਖਾਵਤ ਹਉ ਤੁਮ ਬੂਝਤ। ਮਹਾਰਾਜ ਕਹਿੰਦੇ ਮੈਂ ਖੁਸ਼ ਹੁੰਨਾ ਜਦੋਂ ਤੂੰ ਮੈਨੂੰ ਕੁਝ ਪੁੱਛਣਾ ਹੈ, ਇਤਰਾਜ਼ ਨਹੀਂ ਹੁੰਦਾ। ਔਰ ਵਿਚਾਰ ਕਰੋ ਕੁਛ ਨਹੀਂ, ਹੋਰ ਕੋਈ ਗੱਲ ਨਹੀਂ। ਸੱਚਮੁੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਚਾਹੁੰਦੇ ਸੀ ਵੀ ਪੁੱਛਿਆ ਕਰ ਮਰਦਾਨੇ। ਜਿਵੇਂ ਸਿਆਣਾ ਟੀਚਰ, ਉਹੀ ਸਿਆਣਾ, ਉਸੇ ਨੂੰ ਸਿਆਣਾ ਟੀਚਰ ਮੰਨਿਆ ਜਾਂਦਾ ਜਿਹੜੇ ਆਪਣਾ ਸਟੂਡੈਂਟ ਨੂੰ ਪੜਾਉਂਦਾ, ਨਾਲ ਦੀ ਨਾਲ ਕਹਿੰਦਾ ਬੱਚਿਓ ਕੁਐਸਚਨ ਕਰੋ, ਸਵਾਲ ਕਰੋ। ਜਿਹੜਾ ਅੱਗੇ ਕਹਿੰਦਾ ਵੀ ਜਿਹੜਾ ਮੈਂ ਬਸ ਦੱਸਤਾ ਠੀਕ ਹੈ, ਅੱਗੇ ਸਵਾਲ ਨਹੀਂ ਕਰਨਾ, ਜੇ ਸਵਾਲ ਕਰੋਗੇ ਤੇ ਮੈਂ ਕੁੱਟੂਗਾ ਮਾਰੂੰਗਾ, ਉਹ ਬੱਚੇ ਕਦੇ ਆਪਣੇ ਆਪ ਦੇ ਵਿੱਚੋਂ ਕੁਝ ਨਹੀਂ ਸਿੱਖਣਗੇ। ਸੋ ਇਹ ਵੀ ਜ਼ਰੂਰੀ ਹੈ। ਮਹਾਰਾਜ ਕਹਿੰਦੇ ਜਿਹੜਾ ਤੇਰੇ ਮਨ 'ਚ ਸਵਾਲ ਆਉਂਦਾ ਨਾ, ਪੁੱਛਿਆ ਕਰ, ਕੋਈ ਗੱਲ ਨਹੀਂ। ਮਹਾਰਾਜ ਕਹਿੰਦੇ ਝਿਜਕਣ ਦੀ ਲੋੜ ਨਹੀਂ ਹੈ, ਮੈਨੂੰ ਖੁਸ਼ੀ ਹੁੰਦੀ ਹੈ। ਸਵਈਆ ਸੋ ਸਿੱਖ ਜਾਣ ਪਲੇ ਹੈ, ਪ੍ਰਬੀਨ ਸੰਦੇਰ ਦੇ ਗੁਰ ਬੂਝਤ ਜੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਦਿਲ ਦਾ ਸੰਸਾ ਹੁੰਦਾ, ਸਿਆਣੇ ਸਿੱਖ ਗੁਰੂ ਤੋਂ ਪੁੱਛ ਲੈਂਦੇ ਨੇ। ਪੁੱਛਣਾ ਕੋਈ ਗੁਨਾਹ ਨਹੀਂ, ਸਵਾਲ ਕਰਨਾ ਕੋਈ ਪਾਪ ਨਹੀਂ ਹੈਗਾ। ਸਵਾਲ ਤੁਹਾਡਾ ਹੱਕ ਹੈ। ਜਿਹੜਾ ਟੀਚਰ ਪੜ੍ਹਾ ਰਿਹਾ, ਉਹਦੇ ਸਟੂਡੈਂਟ ਕੋਈ ਵੀ ਖੜਾ ਹੋ ਕੇ ਉਹਨੂੰ ਸਵਾਲ ਪੁੱਛ ਸਕਦਾ, ਉਹਦਾ ਰਾਈਟ ਬਣਦਾ। ਇੱਥੇ ਕਥਾ ਹੋ ਰਹੀ ਹੈ, ਵਿਚਾਰ ਹੋ ਰਹੀ ਹੈ, ਮੈਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਰਿਹਾ। ਭਾਵੇਂ ਮੇਰਾ ਆਪਣਾ ਕੁਝ ਨਹੀਂ, ਸਾਰੀ ਗੁਰਬਾਣੀ ਜਾਂ ਗੁਰ ਇਤਿਹਾਸ ਹੈ, ਪਰ ਤੁਹਾਡੇ ਚੋਂ ਸਵਾਲ ਕਰਨ ਦਾ ਹੱਕ ਹੈ। ਜੇ ਤੁਸੀਂ ਮੈਨੂੰ ਕੁਝ ਪੁੱਛੋ, ਮੈਂ ਤੁਹਾਡਾ ਇਤਰਾਜ਼ ਕਰਾਂ, ਤੇ ਸ਼ਾਇਦ ਜਾਂ ਤਾਂ ਮੈਨੂੰ ਪਤਾ ਨਹੀਂ, ਜਾਂ ਮੈਂ ਦੱਸਣ ਤੋਂ ਗੁਰੇਜ਼ ਕਰਦਾ, ਜਾਂ ਮੇਰੇ ਅੰਦਰ ਕਿਤੇ ਨਾ ਕਿਤੇ ਕੋਈ ਹੰਕਾਰ ਦੀ ਪੰਡ ਹੋਵੇਗੀ। ਨਹੀਂ ਤੇ ਫਰਜ਼ ਹੈ ਜੋ ਪੜ੍ਹਾਇਆ ਜਾ ਰਿਹਾ, ਨਹੀਂ ਕੋਈ ਨਾਮ ਯਾਦ ਆਇਆ, ਕੋਈ ਜਗ੍ਹਾ ਚੇਤੇ ਆਈ, ਪੁੱਛਿਆ ਜਾ ਸਕਦਾ। ਮਹਾਰਾਜ ਕਹਿੰਦੇ ਜਿਹੜਾ ਸਿੱਖ ਸੋ ਸਿੱਖ ਜਾਨ ਭਲੇ ਹੈ ਪ੍ਰਵੀਨ। ਉਹ ਭਲੇ ਨੇ, ਉਹ ਸਿਆਣੇ ਨੇ, ਸਮਝਦਾਰ ਨੇ। ਸੰਦੇਹ ਹਿਰਦੈ ਗੁਰੂ ਜੀ ਦੇ ਅੰਦਰ ਕੋਈ ਸ਼ੰਕਾ ਪੈਦਾ ਹੋ ਗਿਆ, ਉਹਨੇ ਆਪਣੇ ਗੁਰੂ ਤੋਂ ਕੋਲੋਂ ਸ਼ੰਕੇ ਦੀ ਨਿਵਰਤੀ ਕਰਾਈ ਹੈ। ਆਪਣੇ ਮਨ 'ਚ ਸ਼ੰਕਾ ਨਹੀਂ ਰਹਿਣਾ ਦੇਣਾ ਚਾਹੀਦਾ। ਸ਼ੰਕਾ ਬਹੁਤ ਪੁਆੜਿਆਂ ਦੀ ਜੜ ਹੈ, ਬਹੁਤ ਮਸਲਿਆਂ ਦੀ ਜੜ ਹੈ। ਤੇ ਜਦੋਂ ਵੀ ਤੁਹਾਡਾ ਸ਼ੰਕਾ, ਕਿਤੇ ਡਾਊਟ ਹੋ ਗਿਆ ਤੁਹਾਡੇ ਮਨ 'ਚ, ਚਾਹੇ ਆਪਣੇ ਕਿਸੇ ਤੇ ਵੀ ਹੋ ਜਾਏ, ਖਾਸ ਕਰਕੇ ਦੋਸਤਾਂ ਮਿੱਤਰਾਂ ਤੇ ਵੀ ਸ਼ੱਕ ਜਦੋਂ ਹੋ ਗਿਆ ਉਦੋਂ ਖਤਮ ਗੱਲ। ਜਦੋਂ ਰਿਸ਼ਤੇਦਾਰਾਂ ਤੇ ਸ਼ੱਕ ਕਰਨ ਲੱਗੇ ਉਦੋਂ ਰਿਸ਼ਤੇ ਖਤਮ। ਜਦੋਂ ਤੁਸੀਂ ਆਪਣੀ ਪਤੀ ਤੇ ਪਤਨੀ ਤੇ ਸ਼ੱਕ ਕਰਨ ਲੱਗੇ ਉਦੋਂ ਰਿਸ਼ਤੇ ਤਾਰ-ਤਾਰ ਹੋ ਜਾਂਦੇ ਨੇ। ਸਭ ਤੋਂ ਵੱਡਾ ਸ਼ੱਕ ਤੇ ਸ਼ੰਕਾ ਗੁਰੂ ਦੇ ਉੱਪਰ ਨਹੀਂ ਹੋਣਾ ਚਾਹੀਦਾ। ਵੈਸੇ ਤੇ ਸਿੱਖ ਦੇ ਅੰਦਰ ਸ਼ੰਕੇ ਹੋਣੇ ਨਹੀਂ ਚਾਹੀਦੇ, ਸ਼ੰਕਿਆਂ ਦੀ ਨਿਵਰਤੀ ਹੋਣੀ ਚਾਹੀਦੀ ਹੈ। ਸਿੱਖ ਗੁਰੂ ਦੇ ਕੋਲੋਂ ਸ਼ੰਕੇ ਨਿਵਰਤ ਕਰਾਉਂਦੇ ਸੀ। ਅੱਜ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਸ਼ੰਕੇ ਨਿਵਰਤ ਕਰਦੇ ਨੇ। ਜਿਹੜਾ ਤੁਹਾਡਾ ਸਵਾਲ ਹੈ, ਪੁੱਛੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ। ਮਹਾਰਾਜ ਬਾਣੀ ਦੇ ਵਿੱਚ ਤੁਹਾਡੇ ਹਰ ਸਵਾਲ ਦਾ ਜਵਾਬ ਦੇ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ, ਕੋਈ ਗੱਲ ਨਹੀਂ, ਖੁਸ਼ੀ ਹੁੰਦੀ ਹੈ, ਉਹਨੂੰ ਮੈਂ ਸਿਆਣਾ ਸਿੱਖ ਮੰਨਦਾ ਜਿਹੜਾ ਅੱਗਿਓਂ ਪੁੱਛਦਾ ਹੈ। ਸ਼ੰਕ ਤਜੈ ਮਨ ਹੋਏ ਨਿਸ਼ੰਕ, ਬਿਨੈ ਕਰਕੇ ਨਿਰਸੰਸਤ ਹੋ। ਸ਼ੰਕਾ ਰਹਿਤ ਹੋਣਾ ਚਾਹੀਦਾ, ਸ਼ੰਕਿਆਂ ਦੇ ਵਿੱਚ ਨਹੀਂ ਸਦਾ ਪੈ। ਦੇਖੋ ਕੁਦਰਤੀ ਹੈ, ਸ਼ੰਕੇ ਮਨ 'ਚ ਖੜੇ ਹੋਣੇ ਕੋਈ ਮਤਲਬ ਜਾਣ ਬੁੱਝ ਕੇ ਨਹੀਂ ਹੁੰਦਾ, ਕੁਦਰਤੀ ਹੋ ਜਾਂਦੇ। ਪਰ ਉਹ ਸ਼ੰਕੇ ਬਣੇ ਨਾ ਰਹਿਣ,
ਉਹਨਾਂ ਨੂੰ ਨਿਵਰਤ ਕਰ। ਮੰਨ ਲਓ ਤੁਹਾਡੇ ਬਾਰੇ, ਤੁਹਾਡੇ ਮਿੱਤਰ ਬਾਰੇ ਕਿਸੇ ਨੇ ਕਹਿਤਾ ਵੀ ਇਹ ਐਂ ਹੈ, ਇਹ ਵਾਹ ਹੈ, ਤੁਸੀਂ ਉਹਦੇ ਬਾਰੇ ਕੁਝ ਹੋਰ ਸੋਚਦੇ ਹੋ, ਤੁਸੀਂ ਉਹਦੇ ਨਾਲ ਕਲੀਅਰ ਕਰ ਲਓ ਵੀ ਮੈਂ ਆਹ ਗੱਲ ਤੈਨੂੰ ਪੁੱਛਣੀ ਚਾਹੁੰਦਾ, ਮੈਨੂੰ ਕਿਸੇ ਨੇ ਐਂ ਦੱਸਿਆ, ਗੱਲ ਆਇਆ ਜਾਂ ਆਇਆ, ਇੱਕ ਪਾਸਾ ਹੋ ਜੂ। ਉਹ ਤੁਹਾਨੂੰ ਪਿਆਰ ਕਰੀ ਜਾਵੇ, ਤੁਹਾਡੇ ਮਨ 'ਚ ਸ਼ੰਕਾ ਖੜਾ ਹੋ ਗਿਆ, ਕਦੋਂ ਖੇਡ ਬਣੇਗੀ ਇਕੱਠੀ, ਕਦੋਂ ਫਿਰ ਤੁਹਾਡੀ ਦੋਸਤੀ ਬਣੇਗੀ। ਸ਼ੰਕਾ ਨਿਵਰਤ ਕਰ ਲੈਣਾ ਚਾਹੀਦਾ। ਮਹਾਰਾਜ ਕਹਿੰਦੇ ਸ਼ੰਕਾ ਖਤਮ ਕਰਕੇ ਨਿਸ਼ੰਕ ਹੋ ਕੇ ਰਹਿਣਾ ਚਾਹੀਦਾ ਹੈ। ਸੋ ਗੁਰ ਹੈ ਗਤ ਦਾਇਕ ਜਾਨੋ ਦਾਸ ਸੰਦੇਸ ਬੈਦੀ ਖੋ। ਸੋ ਗੁਰ ਹੈ ਗਤ ਦਾਇਕ, ਉਸ ਨੂੰ ਮੁਕਤੀ ਦਾਤਾ ਮੰਨੋ, ਮੁਕਤੀ ਦੇਣ ਵਾਲਾ ਗੁਰੂ ਮੰਨੋ, ਜਿਹੜਾ ਆਪਣੇ ਸਿੱਖਾਂ ਦੇ ਸਾਰੇ ਸ਼ੰਕੇ ਨਿਵਰਤ ਕਰ ਦਿੰਦਾ ਹੈਗਾ। ਸੱਚਮੁੱਚ ਅਸੀਂ ਮਾਣ ਨਾਲ ਕਹਿ ਸਕਦੇ ਹਾਂ, ਸਾਨੂੰ ਇਸ ਗੱਲ ਤੇ ਪ੍ਰਾਊਡ ਹੋਣਾ ਚਾਹੀਦਾ ਹੈ ਵੀ ਅਸੀਂ ਜਿਸ ਗੁਰੂ ਦੇ ਚੇਲੇ ਆ, ਗੁਰੂ ਦੇ ਸਿੱਖ ਆ, ਉਹ ਗੁਰੂ ਆਪਣੇ ਸਿੱਖਾਂ ਦਾ ਕੋਈ ਭਰਮ ਰਹਿਣ ਹੀ ਨਹੀਂ ਦਿੰਦਾ, ਕੋਈ ਸ਼ੰਕਾ ਰਹਿਣ ਹੀ ਨਹੀਂ ਦਿੰਦਾ। ਕਿਸੇ ਦਾ ਸ਼ੰਕਾ ਹੋਵੇ, ਕਿਸੇ ਸਿੱਖ ਦਾ, ਕਿਸੇ ਗੈਰ ਸਿੱਖ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਸ਼ੰਕਿਆਂ ਦੀ ਨਿਵਰਤੀ ਕਰਦੇ ਨੇ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਉਸੇ ਨੂੰ ਗੁਰੂ ਧਾਰਨ ਕਰਨਾ ਚਾਹੀਦਾ ਦੂਜੇ ਅਰਥਾਂ ਦੇ ਵਿੱਚ, ਜਿਹੜਾ ਤੁਹਾਡੇ ਸ਼ੰਕਿਆਂ ਦੀ ਨਿਵਰਤੀ ਕਰ ਸਕਦਾ ਹੋਵੇ, ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕਦਾ ਹੋਵੇ। ਜਿਹੜਾ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਜੋਗਾ ਨਹੀਂ, ਜਿਹੜਾ ਤੁਹਾਡੇ ਸ਼ੰਕਿਆਂ ਦੀ ਨਿਵਰਤੀ ਕਰਨ ਜੋਗਾ ਨਹੀਂ, ਉਹਨੂੰ ਗੁਰੂ ਧਾਰਨ ਦਾ ਫਾਇਦਾ ਕੀ ਹੈ? ਉਹ ਤੁਹਾਡਾ ਕਦੋਂ ਬੇੜਾ ਪਾਰ ਲਾ ਦੇਵੇਗਾ। ਮਹਾਰਾਜ ਭਾਈ ਸਾਹਿਬ ਨੂੰ ਕਹਿੰਦੇ ਹਨ, ਯੋਂ ਕਰ ਹੋਏ ਸੁਖੀ ਪੁਨ ਨਾ ਤੁਰ ਬੰਚਕ ਹੈ ਨਿਜ ਸਵਾਰਥੀ ਦੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਉਂ ਕਰ ਹੋਏ ਸੁਖੀ ਪੁਨ, ਫਿਰ ਤਾਂ ਬੰਦਾ ਸੁਖੀ ਰਹੇਗਾ, ਨਾਤਰ ਨਹੀਂ ਤਾਂ ਬੰਚਕ ਹੈ, ਠੱਗ ਹੈ, ਨਿਜ ਸਵਾਰਥੀ ਦੋ। ਫਿਰ ਗੁਰੂ ਵੀ ਉਹਦਾ ਠੱਗ ਹੈ ਜੇ ਸ਼ੰਕਾ ਨਿਵਰਤ ਕਰਨ ਵਾਲਾ ਨਹੀਂ। ਜੇ ਉਹਦਾ ਕੋਈ ਉਹੋ ਜਿਹਾ ਸਿੱਖ ਹੈ ਜਾਂ ਚੇਲਾ, ਉਹ ਮਤਲਬੀ ਹੋਵੇਗਾ, ਉਹ ਕਹਿੰਦਾ ਆਪਾਂ ਨੂੰ ਕੀ ਮਤਲਬ ਆ, ਆਪਣਾ ਤਾਂ ਮਤਲਬ ਹੱਲ ਹੋਣਾ ਚਾਹੀਦਾ। ਇਹ ਦੋਵੇਂ ਚੀਜ਼ਾਂ ਮਤਲਬ ਦਰੁਸਤ ਨਹੀਂ ਹੈਗੀਆਂ। ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਬਹੁਤ ਕੀਮਤੀ ਵਚਨ ਕਹੇ ਨੇ। ਇਹਦੀ ਵਿਆਖਿਆ ਬਹੁਤ ਲੰਮੀ ਹੋ ਸਕਦੀ ਹੈ, ਭਾਵੇਂ ਆਪਾਂ ਹੋਰ ਥੋੜਾ ਜਿਹਾ ਖੋਲਿਆ ਇਹਨੂੰ, ਪਰ ਮੈਨੂੰ ਆਇਆ ਵੀ ਲੜੀਵਾਰ ਕਥਾ ਰੁਕ ਜਾਂਦੀ ਹੈ, ਪਰ ਇਹਨੂੰ ਹੋਰ ਬਹੁਤ ਸਾਰੇ ਦੀ ਵਿਆਖਿਆ ਹੋ ਸਕਦੀ ਹੈ। ਗੁਰੂ ਸਾਹਿਬ ਨੇ ਸਮਝਾਇਆ, ਸਵਈਆ ਸੇਵਕ ਕੋ ਗੁਰ ਸੰਬੰਧ ਪਲੋਏ ਹੈ ਤੁਮ ਸੋ ਜੋ ਚਾਰਾ। ਮਹਾਰਾਜ ਕਹਿੰਦੇ ਦੇਖੋ, ਸੇਵਕ ਕੋ ਗੁਰ ਕੋ ਸੰਬੰਧ ਭਲੋ। ਮਹਾਰਾਜ ਕਹਿੰਦੇ ਸੇਵਕ ਕੋ ਗੁਰ ਕੋ ਸੰਬੰਧ, ਮਤਲਬ ਜੇ ਕੋਈ ਇਹ ਪੁੱਛੇ, ਇਹ ਹੈ ਤੁਮ ਸੋ ਜੋ ਉਚਾਰਾ, ਜਿਹੜਾ ਤੂੰ ਕਹਿਆ ਹੈਗਾ, ਬੂਝ ਰੇ ਦੇ ਸੰਦੇਹ ਸਵੈ ਗੁਰ ਤਾਹੇ ਬਤਾਏ ਕੇ ਦੇਤ ਵਿਦਾਰਾ। ਸੱਚਮੁੱਚ ਫਿਰ ਪੂਰਾ ਗੁਰੂ, ਸਮਰੱਥ ਗੁਰੂ ਆਪਣੇ ਸਿੱਖ ਦੇ ਸਾਰੇ ਭਰਮ ਨਾਸ਼ ਕਰਦਾ ਹੈ। ਸੇਵਕ ਬੂਝ ਬਤਾਏ ਗੁਰੂ ਨੇ, ਸੋ ਗੁਰ ਤਿਆਗ ਨਾ ਲਾਓ ਆਵਾਰਾ। ਭਾਗਾਲਿਓ ਆ ਪੰਕਤੀ ਨੂੰ ਗੌਰ ਨਾਲ ਸੁਣਿਓ, ਫੈਸਲਾ ਤੁਸੀਂ ਆਪ ਕਰਨਾ, ਤੁਹਾਡੇ ਹੱਥ ਹੈ। ਆਪਾਂ ਬਹੁਤ ਸਾਰੇ ਗੁਰੂ ਧਾਰਨ ਕਰ ਲੈਂਦੇ ਆ, ਉਹ ਸਿੱਖ ਹੋ ਕੇ ਵੀ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਟੇਕੀ ਜਾਂਦੇ ਆ। ਫਿਰ ਅਸੀਂ ਹੋਰ ਕਈ ਆਪਣੇ ਗੁਰੂ ਵੀ ਬਣਾ ਲੈਂਦੇ ਆ, ਗੁਰੂ ਹੈ ਜੀ ਤੋਂ ਪੁੱਛ ਕੇ, ਆ ਸਾਡਾ ਬਾਬਾ ਜੀ, ਆ ਸਾਡਾ ਬ੍ਰਾਹਮਣ ਗਿਆਨੀ, ਇਹ ਤੋਂ ਬਿਨਾਂ ਪੁੱਛੇ ਕੁਝ ਨਹੀਂ ਕਰਦੇ। ਮੈਂ ਤਾਂ ਥੋੜੀ ਜਿਹੀ ਬੇਨਤੀ ਕਰ ਰਿਹਾ, ਮਹਾਰਾਜ ਨੇ ਬੜੇ ਕਮਾਲ ਦੀ ਗੱਲ ਕਹੀ ਅਗਲੀ ਪੰਕਤੀ ਦੇ ਅੰਦਰ, ਸੁਣਿਓ ਗੌਰ ਨਾਲ। ਕਹਿੰਦੇ ਸੇਵਕ ਬੂਝ, ਜੇ ਸਿੱਖ ਸੇਵਕ ਆਪਣੇ ਗੁਰੂ ਨੂੰ ਕੋਈ ਗੱਲ ਪੁੱਛਦਾ, ਕੋਈ ਵੀ ਪੁੱਛਦਾ ਹੈਗਾ, ਸੰਸਾਰਿਕ ਹੈ, ਸੰਸਾਰੀ ਗੱਲ ਹੈ, ਨਿਰੰਕਾਰੀ ਗੱਲ ਹੈ, ਅਧਿਆਤਮਕ ਕੋਈ ਸਵਾਲ ਹੈ, ਕੋਈ ਕਿਸੇ ਤਰ੍ਹਾਂ ਦਾ ਵੀ ਹੈ, ਬਤਾਏ ਗੁਰੂ ਨਹੀਂ, ਗੁਰੂ ਉਹਨੂੰ ਦੱਸ ਨਹੀਂ ਸਕਦਾ, ਗੁਰੂ ਦੱਸਦਾ ਨਹੀਂ ਹੈ, ਬਤਾਉਂਦਾ ਨਹੀਂ, ਉਹਦਾ ਸਹੀ ਆਨਸਰ ਉੱਤਰ ਨਹੀਂ ਦਿੰਦਾ। ਮਹਾਰਾਜ ਕੀ ਕਹਿੰਦੇ, ਸੋ ਗੁਰ ਤਿਆਗ ਨਾ ਲਾਓ ਆਵਾਰਾ। ਕਹਿੰਦੇ ਉਹ ਗੁਰੂ ਨੂੰ ਤਿਆਗ ਦਿਓ ਜਿੰਨੀ ਛੇਤੀ ਹੋ ਸਕਦਾ, ਦੇਰੀ ਨਾ ਕਰੇ ਉਹਦੇ ਵਿੱਚ, ਜਿੰਨੀ ਛੇਤੀ ਹੋ ਸਕਦਾ ਖਹਿੜਾ ਛੁਡਵਾਓ ਉਹਦੇ ਤੋਂ। ਫਿਰ ਮੈਨੂੰ ਥੋੜਾ ਜਿਹਾ ਵਿਆਖਿਆ ਕਰਨੀ ਪੈ ਜਾਂਦੀ ਹੈ ਕਈ ਵਾਰੀ, ਕਿਉਂਕਿ ਵਿਸ਼ਾ ਬੜਾ ਸੈਂਸਿਟਿਵ ਹੈ, ਬਹੁਤ ਗੰਭੀਰ ਵਿਸ਼ਾ। ਬਿਲਕੁਲ ਉਸੇ ਤਰ੍ਹਾਂ ਹੁਣ ਤੁਸੀਂ ਸਕੂਲ ਪਾਤਾ ਕਿਸੇ ਬੱਚੇ ਨੂੰ ਪੜ੍ਹਨੇ, ਕਿਸੇ ਵੀ ਕਲਾਸ 'ਚ, ਭਾਵੇਂ ਉਹ ਫਸਟ ਹੈ ਜਾਂ 8ਵੀਂ 10ਵੀਂ, ਜਿਹੜਾ ਅੱਗੇ ਜਾਂ ਉੱਪਰ ਜਿੱਥੋਂ ਤੱਕ ਵੀ ਹੈ। ਹੁਣ ਤੁਹਾਡਾ ਬੱਚਾ ਆਪਣੇ ਉਸਤਾਦ ਨੂੰ ਕੁਝ ਪੁੱਛਦਾ ਹੈ, ਟੀਚਰ ਨੂੰ ਕਿਤਾਬ ਬਾਰੇ, ਸਿਲੇਬਸ ਬਾਰੇ, ਕਿਸੇ ਬਾਰੇ, ਉਹ ਅੱਗੇੋਂ ਦੱਸ ਨਹੀਂ ਸਕਦਾ, ਜਾਂ ਮਤਲਬ ਇਹ ਕਹਿੰਦਾ ਵੀ ਤੂੰ ਮੈਨੂੰ ਪੁੱਛਣਾ, ਜਾਂ ਦੱਸਣ ਜੋਗਾ ਨਹੀਂ, ਜਾਂ ਉਹਦੀ ਸਟੱਡੀ ਨਹੀਂ ਐਸੀ। ਆਪਾਂ ਕੀ ਕਵਾਂਗੇ ਵੀ ਇਹ ਤਾਂ ਨਾ ਮੇਰੇ ਬੱਚੇ ਦੀ ਜ਼ਿੰਦਗੀ ਖਰਾਬ ਕਰ ਦੇਵੇਗਾ, ਐਵੇਂ ਫੀਸੇ ਭਰੀ ਜਾਂਦੇ ਆ, ਟਾਈਮ ਵੇਸਟ ਹੈ, ਛੱਡੋ ਇਹਨੂੰ, ਆਪਾਂ ਕਿਤੇ ਚੰਗੇ ਟੀਚਰ ਕੋਲੇ ਪੜ੍ਹਨੇ ਪਾਉਂਦੇ ਆ। ਘਟੀਆ ਜੇ ਸਕੂਲਾਂ 'ਚ ਆਪਾਂ ਤਾਂ ਹੀ ਨਹੀਂ ਪਾਉਂਦੇ, ਲੱਖਾਂ ਰੁਪਈਆ ਤਨਖਾਹ ਫੀਸਾਂ ਦਿੰਦੇ ਆ ਆਪਾਂ,
ਸਕੂਲ ਤੇ ਸਰਟੀਫਿਕੇਟ ਤਾਂ ਸਾਰੇ ਸਕੂਲਾਂ 'ਚੋਂ ਮਿਲਦਾ, ਤੁਹਾਨੂੰ ਸਰਟੀਫਿਕੇਟ ਤਾਂ ਉੱਥੋਂ ਹੀ ਮਿਲਣਾ ਹੈ, ਪਰ ਆਪਾਂ ਫਿਰ ਵੀ ਦੇਖਦੇ ਹਾਂ ਵੀ ਨਹੀਂ ਇਸ ਸਕੂਲ 'ਚ ਨਹੀਂ, ਇਹਦੀ ਫੀਸ 5000 ਉਹਦੀ 50000 ਹੈ, 50000 ਨੂੰ ਤਰਜੀਹ ਕਿਉਂ ਦਿੰਦੇ ਆ ਵੀ ਉੱਥੋਂ ਸਾਡਾ ਬੱਚਾ ਕੁਝ ਸਿੱਖੇਗਾ, ਸਰਵ ਮਾਈਂਡ ਹੋਏਗਾ, ਉਹ ਕੁਝ ਨਾ ਕੁਝ ਬਣ ਸਕਦਾ। ਪਰ ਇੱਥੇ ਸਿਰਫ ਟਾਈਮ ਪਾਸ ਹੋਵੇਗਾ, ਸਰਟੀਫਿਕੇਟ ਮਿਲ ਸਕਦਾ ਹੈ। ਇਸੇ ਤਰ੍ਹਾਂ ਮਹਾਰਾਜ ਨੇ ਆਖਿਆ, ਕਹਿੰਦੇ ਨੇ ਉਸ ਗੁਰੂ ਨੂੰ ਛੱਡਣ ਵਿੱਚ ਦੇਰੀ ਨਾ ਕਰਿਓ, ਜਿਹੜਾ ਇੱਕ ਤਾਂ ਤੁਹਾਡੇ ਸ਼ੰਕਿਆਂ ਦੀ ਨਿਵਰਤੀ ਨਹੀਂ ਕਰ ਸਕਦਾ, ਤੁਹਾਡੇ ਸਵਾਲਾਂ ਦਾ ਜਿਹਦੇ ਕੋਲੇ ਜਵਾਬ ਨਹੀਂ ਹੈ, ਜਿਹੜਾ ਤੁਹਾਡੀ ਤਸੱਲੀ ਨਹੀਂ ਕਰਾਉਣ ਜੋਗਾ, ਉਸ ਗੁਰੂ ਨੂੰ ਛੱਡਣ ਵਿੱਚ ਦੇਰੀ ਨਾ ਕਰੋ। ਜਿੰਨੀ ਛੇਤੀ ਹੋ ਸਕਦਾ ਉਹਨੂੰ ਤਿਆਗ ਦਿਓ, ਪੂਰਾ ਗੁਰੂ ਧਾਰਨ ਕਰੋ। ਸੱਚਾ ਗੁਰੂ, ਕੱਚਾ ਗੁਰੂ ਜਿਹੜਾ ਉਹ ਬੇੜਾ ਪਾਰ ਨਹੀਂ ਲਾਏਗਾ। ਜਿਵੇਂ ਮਹਾਰਾਜ ਨੇ ਬਾਣੀ 'ਚ ਨਹੀਂ ਆਖਿਆ ਕਾਚੇ ਗੁਰ ਤੇ ਮੁਕਤ ਨਾ ਹੁਆ, ਕੱਚੇ ਗੁਰੂ ਤੋਂ ਮੁਕਤੀ ਨਹੀਂ ਮਿਲਦੀ। ਕੱਚਾ ਪਹਿਲਾ ਜਿਹੜਾ ਸੀ ਮਤਲਬ ਉਹ ਗੁਰੂ ਨਹੀਂ ਬੇੜਾ ਪਾਰ ਲਾਏਗਾ। ਸਮਰੱਥ ਗੁਰੂ ਨਾਲ ਜੁੜਨਾ। ਹੁਣ ਆਪਣੇ ਆਪ ਦੇ ਅੰਦਰ ਝਾਤ ਮਾਰਿਓ, ਇੱਥੇ ਬੈਠ ਕੇ ਮਾਰ ਲਓ, ਇਹ ਪੰਕਤੀਆਂ ਯਾਦ ਰੱਖਿਓ, ਘਰਾਂ 'ਚ ਇਕੱਲੇ ਬੈਠ ਕੇ ਝਾਤ ਮਾਰਿਓ ਵੀ ਅਸੀਂ ਕਿਤੇ ਇਹੋ ਜਿਹੇ ਗੁਰੂਆਂ ਨਾਲ ਤਾਂ ਨਹੀਂ ਜੁੜੇ, ਅਖੌਤੀਆਂ ਨਾਲ। ਜੇ ਜੁੜੇ ਆ ਤੇ ਖਹਿੜਾ ਛੱਡ ਦਿਓ, ਉਹਨਾਂ ਦਾ ਬੇਨਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੱਲਾ ਫੜੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲੜ ਫੜੋ, ਜਿਹਦੇ ਬਾਰੇ ਆਪਾਂ ਰੱਟੇ ਲਾਏ ਹੋਏ ਨੇ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੈਂ ਕਈ ਵਾਰੀ ਵੇਖਦਾ ਸਿੱਖਾਂ ਨੂੰ ਵੀ ਆਹ ਕਿਉਂ ਕੀਤਾ, ਕਹਿੰਦੇ ਸਾਡੇ ਬਾਬੇ ਨੇ ਦੱਸਿਆ। ਭਾਈ ਬਾਬੇ ਦੀ ਮੰਨਣੀ ਹੈ ਕਿ ਆਪਣੇ ਗੁਰੂ ਦੀ ਮੰਨਣੀ ਹੈ? ਕਹਿੰਦੇ ਨਾ ਜੀ, ਉਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਆ, ਪਰ ਅਸੀਂ ਪੁੱਛ ਕੇ ਆਪਣੇ ਬਾਬੇ ਨੂੰ ਕੰਮ ਕਰਦੇ ਆ। ਇਸ ਕਰਕੇ ਜਿਹੜਾ ਸੀ ਇਹ ਬਾਬੇ ਬੂਬੇ ਦੂਜੇ ਤੀਜੇ ਨੰਬਰ ਤੇ ਰੱਖਿਓ, ਪਹਿਲੇ ਨੰਬਰ ਤੇ ਗੁਰੂ ਹੋਣਾ ਚਾਹੀਦਾ। ਤਾਂ ਕਰਕੇ ਮੈਂ ਥੋੜੀ ਜਿਹੀ ਬੇਨਤੀ ਕਰ ਰਿਹਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ, ਕਹਿੰਦੇ ਜੇ ਗੁਰੂ ਤੁਹਾਡੀ ਤਸੱਲੀ ਨਹੀਂ ਕਰਾਉਣ ਲੱਗਾ, ਉਹਨੂੰ ਛੱਡ ਦਿਓ, ਤਿਆਗ ਦਿਓ, ਪੱਕਾ ਸਮਰੱਥ ਪੂਰਾ ਗੁਰੂ ਧਾਰਨ ਕਰੋ ਜੀ। ਤਾਂ ਟਿਗ ਤੇ ਗਤ ਪ੍ਰਾਪਤ ਹੋਤ ਨਾ ਆਪ ਤਰੈ, ਨਾ ਕਿਉਂ ਸਿਖ ਤਾਰਾ। ਕਹਿੰਦੇ ਉਹਦੇ ਤੋਂ ਤੁਹਾਨੂੰ ਕਿਹੜੀ ਮੁਕਤੀ ਮਿਲ ਜਾਣੀ ਹੈ, ਕਿਹੜਾ ਤੁਹਾਨੂੰ ਗਿਆਨ ਮਿਲ ਜਾਣਾ, ਉਹ ਤਾਂ ਆਪ ਵੀ ਡੁੱਬੂਗਾ, ਦੂਜਿਆਂ ਨੂੰ ਵੀ ਲੈ ਡੁੱਬੂਗਾ। ਐਸੇ ਕਰਕੇ ਬਾਬਾ ਕਬੀਰ ਨੇ ਕਹਿਤਾ ਸੀ, ਜਿਹੜੇ ਬ੍ਰਾਹਮਣ ਨੂੰ ਸਾਰਾ ਸੰਸਾਰ ਗੁਰੂ ਮੰਨਦਾ ਸੀ, ਜਾਂ ਖਾਸ ਕਰਕੇ ਆਪਣੇ ਇੱਥੇ ਦੀ ਗੱਲ, ਹਿੰਦੁਸਤਾਨ ਦੀ ਗੱਲ, ਤੇ ਜਿਹਨੂੰ ਸਾਰੇ ਗੁਰੂ ਗੁਰੂ ਆਖਦੇ ਸੀ, ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਇਹਨਾਂ ਨੂੰ ਗੁਰੂ ਮੰਨਦਾ। ਕਿਉਂ ਬਈ, ਬਾਗੀ ਹੋ ਗਏ ਉਹ। ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਏਡੀ ਵੱਡੀ ਗੱਲ ਉਹਨਾਂ ਨੇ ਕਿਸੇ ਕਾਰ ਨੇ ਕਹੀ ਸੀਗੀ। ਬਾਬਾ ਕਬੀਰ ਸਾਹਿਬ ਨੂੰ ਕੋਈ ਐਵੇਂ ਝੰਬ ਨਹੀਂ ਸੀ ਚੜਿਆ ਹੋਇਆ। ਉਹ ਕਹਿੰਦੇ ਤੁਸੀਂ ਬੇਸ਼ੱਕ ਇਹਨੂੰ ਗੁਰੂ ਮੰਨੋ ਬ੍ਰਾਹਮਣ ਨੂੰ, ਪਰ ਮੈਂ ਨਹੀਂ ਇਹਨੂੰ ਮੰਨਣਾ। ਕਿਉਂ? ਅਰਧ ਉਰਧ ਕੇ ਪਚਮੂਆ ਚਾਰੋ ਬੇਦੋ ਮਾਹੀ। ਇਹਦੀਆਂ ਗੱਲਾਂ ਕੁਝ ਹੋਰ ਨੇ, ਕਹਿੰਦਾ ਕੁਝ ਹੋਰ ਹੈ, ਕਮਾਉਂਦਾ ਕੁਝ ਹੋਰ ਹੈ। ਇਹਨੇ ਤਾਂ ਵੰਡੀਆਂ ਪਾਤੀਆਂ, ਆ ਸ਼ੂਦਰ ਹੈ, ਵੈਸ ਹੈ, ਬ੍ਰਾਹਮਣ ਹੈ, ਆ ਖੱਤਰੀ ਹੈ, ਇਤਿਆਦਿਕ, ਆ ਇਸਤਰੀ ਹੈ, ਮਰਦ ਹੈ, ਗਰੀਬ ਹੈ, ਅਮੀਰ ਹੈ, ਕਿੰਨਾ ਕੁਝ ਹੋ ਗਿਆ। ਆ ਪੁਆੜੇ ਕਿਹਦੇ ਪਾਏ ਹੋਏ ਨੇ, ਸੰਸਾਰ ਵੰਡਿਆ ਕਿਹਨੇ ਹੈ। ਸੋ ਕਬੀਰ ਸਾਹਿਬ ਕਹਿੰਦੇ ਮੈਂ ਇਹਨੂੰ ਗੁਰੂ ਨਹੀਂ ਧਾਰਨ ਕਰਾਂਗਾ। ਇਹੋ ਜਿਹੇ ਗੁਰੂਆਂ ਦੀ ਨਾ ਮੈਂ ਪਰਵਾਹ ਕਰਦਾ। ਬਾਬਾ ਜੀ ਦੀ ਬਾਣੀ ਪੜ੍ਹਿਓ, ਉਹਨਾਂ ਨੇ ਬਿਲਕੁਲ ਸਪਸ਼ਟ ਸ਼ਬਦਾਂ ਚ ਆਖਿਆ ਸੀ। ਇਸ ਕਰਕੇ ਕਹਿੰਦੇ ਉਹਨਾਂ ਤੋਂ ਕਿਹੜੀ ਮੁਕਤੀ ਮਿਲਣੀ ਹੈ, ਜਿਹਨੂੰ ਆਪਾਂ ਕਹਿੰਦੇ ਆਪ ਡੁੱਬੇ ਚਾਹੋ ਵੇਦ ਮੈਂ, ਚੇਲੇ ਦੀਏ ਬਹਾਏ। ਆਪ ਵੀ ਡੁੱਬਦੇ ਨੇ, ਆਪਣੇ ਚੇਲਿਆਂ ਨੂੰ ਵੀ ਲੈ ਕੇ ਨਾਲੇ ਡੁੱਬਦੇ ਨੇ। ਐਸੇ ਗੁਰੂ ਦੇ ਕਦੇ ਨਹੀਂ ਲੜ ਫੜਨਾ ਚਾਹੀਦਾ। ਤੇ ਸਮਰੱਥ ਗੁਰੂ ਜਿਹੜਾ ਤੁਹਾਡੇ ਬੇੜੇ ਨੂੰ ਪਾਰ ਲਾ ਸਕੇ। ਸੁਣਿਓ ਮਹਾਰਾਜ ਨੇ ਫਿਰ ਕਹਿਆ ਜੀ, ਸਵਈਆ